ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਰਕਾਰ ਅਤੇ ਅੰਦੋਲਨ ਵਿਚਕਾਰ ਵੱਧ ਰਹੇ ਟਕਰਾਅ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸ਼ਾਂਤਮਈ ਢੰਗ ਨਾਲ ਸੰਘਰਸ਼ ਚੱਲ ਰਿਹਾ ਸੀ, ਪਰ 26 ਤਰੀਕ ਦੀ ਘਟਨਾ ਤੋਂ ਬਾਅਦ ਸਰਕਾਰ ਅਤੇ ਅੰਦੋਲਨ ਵਿਚਕਾਰ ਕਿਤੇ ਟਕਰਾਅ ਜਿਹੜਾ ਹੈਗਾ ਵੱਧਦਾ ਦਿਖਾਈ ਦੇ ਰਿਹਾ। ਤੇ ਲੰਘੀ ਰਾਤ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜੀਪੁਰ, ਸ਼ਾਹਜਹਾਂਪੁਰ ਸਮੇਤ ਹੋਰਨਾਂ ਬਾਰਡਰਾਂ ਤੇ ਜਿਹੜੀ ਪੁਲਿਸ ਨੇ ਸਖਤੀ ਕੀਤੀ ਹੈ, ਹਰਿਆਣੇ ਦੇ ਟੋਲ ਪਲਾਜ਼ਿਆਂ ਤੇ ਸਖਤੀ ਕੀਤੀ ਹੈ। ਉਸ ਤੋਂ ਇਹ ਚੀਜ਼ ਸਪਸ਼ਟ ਹੋ ਚੁੱਕੀ ਹੈ ਕਿ ਪੁਲਿਸ ਹੁਣ ਜਿਹੜੀ ਹੈਗੀ ਸਖਤੀ ਦੇ ਰੋਹ ਵਿੱਚ ਆ ਚੁੱਕੀ ਹੈ। ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਜਿਹੜਾ ਹੈਗਾ ਇਸ ਸੰਘਰਸ਼ ਨੂੰ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਸੀਗਾ ਉਸੇ ਤਰ੍ਹਾਂ ਜਿਹੜਾ ਹੈਗਾ ਅੱਗੇ ਚਲਾ ਰਹੀਆਂ ਨੇ। ਉਹਨਾਂ ਦਾ ਕਹਿਣਾ ਵੀ ਕਿ ਇਸ ਸੰਘਰਸ਼ ਤੇ ਜਿਹੜਾ ਹੈ ਕੋਈ ਫਰਕ ਨਹੀਂ ਪਿਆ, ਉਹ ਸੰਘਰਸ਼ ਉਸੇ ਤਰ੍ਹਾਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਤੇ ਅੱਗੇ ਚੱਲਦਾ ਰਹੇਗਾ। ਤੇ ਇਸ ਦੌਰਾਨ ਜਿਹੜੀ ਪੁਲਿਸ ਦੀ ਕਾਰਵਾਈ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਅਸਲ ਦੇ ਵਿੱਚ ਸਰਕਾਰ ਤਾਂ ਲੰਮੇ ਸਮੇਂ ਤੋਂ ਹੀ ਅੰਦੋਲਨ ਤੋਂ ਪਰੇਸ਼ਾਨ ਹੈ, ਇਸੇ ਕਰਕੇ ਉਹ ਪਿੱਛੇ ਹਟਦੀ ਰਹੀ ਤੇ ਉਹ ਕੋਈ ਨਾ ਕੋਈ ਜਦੋਂ ਵੀ ਕੋਈ ਯੁੱਧ ਚੱਲਦਾ ਹੈ, ਜੰਗ ਚੱਲਦਾ ਹੈ ਜਾਂ ਅੰਦੋਲਨ ਤੇ ਵਰਸਸ ਸਰਕਾਰ ਹੁੰਦਾ, ਉਦੋਂ ਤਾਕਤਾਂ ਦੇ ਤਵਾਜ਼ਨ ਤੇ ਨਿਰਭਰ ਕਰਦਾ ਕਿ ਕੌਣ ਪਿੱਛੇ ਹਟ ਰਿਹਾ, ਕੌਣ ਅੱਗੇ ਵੱਧ ਰਿਹਾ। ਔਰ ਇਸ ਮੌਕੇ ਇੱਕ ਮੌਕਾ ਮਿਲਿਆ ਗੌਰਮੈਂਟ ਨੂੰ, ਉਹ ਉਸ ਮੌਕੇ ਨੂੰ ਪੂਰੀ ਤਰ੍ਹਾਂ ਹੀ ਆਪਣੇ ਪੱਖ 'ਚ ਭੁਗਤਾ ਲੈਣਾ ਚਾਹੁੰਦੀ ਹੈ। ਜਿਵੇਂ ਦੋ ਵਿਰੋਧੀ ਧਿਰਾਂ ਲੜਦੀਆਂ ਨੇ, ਸਰਕਾਰ ਸ਼ੁਰੂ ਤੋਂ ਹੀ ਇਸ ਨਜ਼ਰ ਨਾਲ ਦੇਖਦੀ ਹੈ ਅੰਦੋਲਨ ਨੂੰ, ਤੇ ਹੁਣ ਉਹਨੂੰ ਮੌਕਾ ਮਿਲਿਆ। ਮੌਕਾ ਇਹ ਮਿਲ ਗਿਆ ਕਿ ਕਿਉਂਕਿ ਜਿਹੜੀ ਗੱਲ ਲਈ ਸਰਕਾਰ ਮਾਹਰ ਹੈ ਪਿਛਲੇ 6-7 ਸਾਲਾਂ ਤੋਂ, ਉਹਦੀ ਮੁਹਾਰਤ ਇਹ ਸੀ ਕਿ ਹਰ ਇੱਕ ਨੂੰ ਦੇਸ਼ ਦਾ ਅਪਮਾਨ, ਤਿਰੰਗੇ ਦਾ ਅਪਮਾਨ, ਦੇਸ਼ ਵਿਰੋਧੀ ਇਹ ਇੱਕ ਵਰਤਾਂਤ ਸਿਰਜ ਕੇ ਆਮ ਜਿਹੜੀ ਜਨਮਾਨਸ ਹੈ, ਜਿਹੜਾ ਥੋੜ੍ਹਾ ਬਹੁਤ ਵੀ ਉਸ ਨਾਲ ਉਹਨਾਂ ਦਲੀਲਬਾਜ਼ੀ ਨਾਲ ਨਹੀਂ ਸੋਚ ਪਾਉਂਦਾ, ਉਹਨੂੰ ਉਸ ਦੇ ਖਿਲਾਫ ਖੜਾ ਕਰ ਦਿੱਤਾ ਜਾਵੇ। ਇੱਕ ਤਾਂ ਫਿਰ ਉਹਦੀ ਆੜ ਦੇ ਵਿੱਚ ਅੰਦੋਲਨਕਾਰੀਆਂ ਤੇ ਵੀ ਤੇ ਬਾਕੀ ਦੇ ਖਿਲਾਫ ਵੀ ਕੋਈ ਕਾਨੂੰਨੀ ਤੌਰ ਤੇ ਉਹੋ ਜਿਹੇ ਐਕਸ਼ਨ ਕੀਤੇ ਜਾਣ ਜਿਹਦੇ ਨਾਲ ਉਹਨਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਵੇ ਜਾਂ ਕਨਫਿਊਜ਼ਨ ਪੈਦਾ ਕੀਤਾ ਜਾਵੇ ਜਾਂ ਵੱਖ-ਵੱਖ ਤਰ੍ਹਾਂ ਦੀਆਂ ਹੋਣ। ਉਸੇ ਰਣਨੀਤੀ ਦਾ ਇੱਕ ਨਤੀਜਾ ਹੈ ਕਿ ਪਹਿਲਾਂ ਇਹ ਪ੍ਰਚਾਰ ਕਰਾਇਆ ਗਿਆ ਆਪਣੇ ਮੀਡੀਆ ਵੱਲੋਂ ਕਿ ਇਹਨਾਂ ਨੇ ਤਾਂ ਤਿਰੰਗੇ ਦਾ ਅਪਮਾਨ ਕਰਤਾ ਹੈ, ਦੇਖੋ ਜੀ ਤਿਰੰਗੇ ਦਾ ਅਪਮਾਨ ਦੇਸ਼ ਦਾ ਅਪਮਾਨ ਹੈ। ਹਾਲਾਂਕਿ ਉਹ ਗੱਲ ਵੀ ਕੋਈ ਹਕੀਕਤ ਨਾਲ ਮੈਚ ਨਹੀਂ ਕਰਦੀ, ਤਿਰੰਗਾ ਉੱਥੇ ਹੀ ਹੈ ਤੇ ਉਹ ਕਿਤੇ ਵੀ ਨਹੀਂ ਉਹਦਾ ਕੋਈ ਸਵਾਲ ਹੈ। ਪਰ ਉਹਨੂੰ ਬਣਾਉਣ ਦੇ ਲਈ ਇਹ ਤਰੀਕਾ ਕੀਤਾ ਗਿਆ। ਫਿਰ ਆਪਣੇ ਤਰੀਕੇ ਦੇ ਨਾਲ ਉਹਨੇ ਕੀ ਕੀਤਾ ਗਿਆ, ਆਪਣੀਆਂ ਜਿਹੜੀਆਂ ਪਹਿਲਾਂ ਹੀ ਉਹਦੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਅਲੱਗ ਤਰੀਕੇ ਦੀਆਂ ਸੀ, ਉਹ ਦੋ ਜਥੇਬੰਦੀਆਂ ਨੂੰ ਕਹਿਤਾ ਤੁਸੀਂ ਵਿਡਰਾ ਕਰ ਲਓ। ਜਿਹੜਾ BKU ਭਾਨੂ ਪਹਿਲਾਂ ਸੁਪਰੀਮ ਕੋਰਟ ਗਈ ਤੇ ਉਸ ਤੋਂ ਬਾਅਦ ਉਹੀ ਰਾਜਨਾਥ ਸਿੰਘ ਨੂੰ ਮਿਲ ਕੇ ਆਇਆ, ਤੇ ਹਾਲਾਂਕਿ ਉਹਦੀ ਜਥੇਬੰਦੀ 'ਚ ਵੀ ਰੌਲਾ ਪੈ ਗਿਆ ਸੀ ਕਿ ਉਹ ਮਿਲ ਕੇ ਆਇਆ। BM ਸਿੰਘ ਦੀ ਜਥੇਬੰਦੀ ਸੀ, ਜਦੋਂ ਬਰਾੜੀ ਇੱਥੋਂ ਵਾਲੇ ਲੋਕਾਂ ਨੂੰ ਲੈ ਕੇ ਜਾਣ ਲੱਗਿਆ ਤਾਂ ਉਹਨਾਂ ਨੇ ਰੱਦ ਕਰਤਾ ਤੇ BM ਸਿੰਘ ਨੂੰ ਉਹਨਾਂ ਨੇ ਲੀਡਰਸ਼ਿਪ ਤੋਂ ਹਟਾਤਾ। ਉਹ ਜਥੇਬੰਦੀਆਂ, ਇੱਕ ਤਾਂ ਉਹ ਹਮਲਾ ਹੈ ਕਿ ਦੇਖੋ ਜੀ ਇਹਨਾਂ ਨਾਲੋਂ ਬੰਦੇ ਟੁੱਟਣ ਲੱਗ ਗਏ ਨੇ। ਦੂਸਰੀ ਗੱਲ ਇਹਦੇ ਵਿੱਚ ਇਹ ਹੈ ਉਹਦੇ ਨਾਲ ਦੀ ਨਾਲ ਕਿ ਇਹਨਾਂ ਨੇ ਨਾ ਕੇਵਲ ਉੱਥੇ ਗਾਜੀਪੁਰ ਲਾਈਟ ਕੱਟਤੀ, ਬਿਜਲੀ ਕੱਟਤੀ, ਹਜ਼ਾਰਾਂ ਲੋਕ ਅਜੇ ਵੀ ਉੱਥੇ ਬੈਠੇ ਹੋਏ ਨੇ ਕਿਉਂਕਿ ਉੱਥੋਂ ਬਹੁਤ ਵੱਡੀ ਗਿਣਤੀ 'ਚ ਲੋਕ, ਉੱਥੋਂ ਦਾ ਜਿਹੜਾ ਇੱਕ ਮੁੰਡਾ ਜਿਹੜਾ ਨਵਰੀਤ ਜਿਹਦੀ ਮੌਤ ਹੋ ਗਈ ਟਰੈਕਟਰ ਡਿੱਗਣ ਤੇ ਉਸ ਪਲਟਣ ਦੇ ਨਾਲ ਉਸ ਸਮੇਂ ਦੇ ਵਿੱਚ, ਉਹਦੇ ਸੰਸਕਾਰ ਤੇ ਗਏ ਹੋਏ ਨੇ। ਤੇ ਬਾਕੀ ਉਧਰ ਇੱਕ ਉਦਾਸੀ ਦਾ ਗੱਲ ਵੀ ਹੁੰਦੀ ਹੈ ਇਸ ਸਮੇਂ ਦੇ ਵਿੱਚ। ਹਾਲਾਂਕਿ ਕਿਹਾ ਜਾਂਦਾ ਕਿ ਜਦੋਂ ਸੋਕ ਜਾਂ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਉਦੋਂ ਕੋਈ ਦੁਸ਼ਮਣ ਵੀ ਕਈ ਵਾਰ ਵਾਰ ਨਹੀਂ ਕਰਦਾ, ਪਰ ਸਰਕਾਰ ਨੇ ਇਹ ਕੰਮ ਕੀਤਾ ਕਿ ਗਾਜੀਪੁਰ ਜਾ ਕੇ ਉਹ ਲਾਈਟਾਂ ਜਿਹੜੀਆਂ ਬਾਕੀ ਕੱਟਤੀਆਂ ਨੇ। ਤੇ ਉਦੋਂ ਅੱਗੇ ਫੇਰ ਆ ਕੇ ਜਿਹੜਾ ਸਿੰਘੂ ਬਾਰਡਰ ਹੈ, ਸਿੰਘੂ ਬਾਰਡਰ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦਾ ਇੱਕ ਤਰੀਕਾ ਸੀ ਕਿ ਦਿੱਲੀ ਨੂੰ ਜਾਣ ਵਾਲਿਆਂ ਦੀਆਂ ਸਭ ਦੀਆਂ ਰੁਕਾਵਟਾਂ ਨਾ ਰਹਿਣ, ਨੇੜੇ ਉਹ ਇੱਧਰ ਉੱਧਰ ਦਿੱਲੀ ਜਾ ਸਕਣ। ਹੁਣ ਜਿਹੜੇ ਸਵੇਰ ਤੋਂ ਬੈਰੀਕੇਡ ਲਾਉਣੇ ਸ਼ੁਰੂ ਕੀਤੇ ਨੇ, ਉਹ ਦਿੱਲੀ ਨੂੰ ਨਿਕਲਣ ਵਾਲੇ ਰਸਤੇ ਵੀ ਬੰਦ ਕੀਤੇ ਜਾ ਰਹੇ ਨੇ, ਲਾ ਕੇ ਆਪ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਨੇ। ਤੇ ਕੁਝ ਬੰਦਿਆਂ ਨੂੰ ਉਕਸਾ ਕੇ ਵੱਡੀ ਗਿਣਤੀ 'ਚ ਉੱਥੇ ਪੁਲਿਸ ਖੜੀ ਹੋਈ ਹੈ ਤੇ ਉਹਨਾਂ ਤੋਂ ਕਿਸਾਨਾਂ ਦੇ ਖਿਲਾਫ ਨਾਅਰੇ ਲਵਾਏ ਜਾ ਰਹੇ ਨੇ ਤੇ ਉਹਨਾਂ ਤੋਂ ਇਹ ਕਹਾਇਆ ਜਾ ਰਿਹਾ ਕਿ ਤੁਸੀਂ ਇੱਥੋਂ ਖਾਲੀ ਕਰ ਦਿਓ। ਖਾਸ ਤੌਰ ਤੇ ਉਹ ਜਿਹੜਾ ਉਹਨਾਂ ਕੁ ਜਿੱਥੇ ਨਿਹੰਗ ਬੈਠੇ ਤੇ ਉਦੋਂ ਅਗਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਾ ਇੱਕ ਐਂਗਲ ਸੀ, ਕਿਉਂਕਿ ਉਹ ਵੀ ਉਹਨਾਂ ਨੇ ਇਹ ਦੇਖ ਲਿਆ ਕਿ ਹੁਣ ਫਟ ਗਏ ਨੇ ਇੰਨੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਖਿਲਾਫ ਇੱਕ ਹੋ ਗਿਆ ਤੇ ਆਪਾਂ ਇੱਧਰੋਂ ਟਾਈਟ ਕਰੋ ਤੇ ਟਾਈਟ ਹੋ ਕੇ ਇੱਕ ਖਾਲੀ ਕਰਾਓ। ਇਹੀ ਤਰੀਕੇ ਨਾਲ ਜਦੋਂ ਜੇ ਉਹਨਾਂ ਤੋਂ ਖਾਲੀ ਕਰਾਉਣ ਦੀ ਗੱਲ ਕਰਦੇ ਨੇ ਤਾਂ ਅਗਲਾ ਤਰੀਕਾ ਅੱਗੇ ਵਧਣ ਦਾ ਸਵਾਲ ਹੋਏਗਾ। ਇਹੀ ਪਾੜਨ ਦਾ ਤੇ ਰਾਜ ਕਰੋ ਦਾ ਇੱਕ ਤਰੀਕਾ ਹੁੰਦਾ, ਫੁੱਟ ਪਾਓ ਤੇ ਰਾਜ ਕਰੋ ਦਾ। ਇਸੇ ਤਰ੍ਹਾਂ ਹੀ ਪੰਜਾਬ 'ਚ ਤਾਂ ਉਹ ਹਿੰਮਤ ਨਹੀਂ, ਨਾ ਉਹ ਅਜੇ ਉਹ ਗੱਲ ਕੀਤੀ ਜਾ ਰਹੀ ਹੈ। ਹਰਿਆਣਾ ਦੀ ਗੌਰਮੈਂਟ ਨੇ ਇਹ ਕਰਤਾ ਕਿ ਅਗਲੇ ਦਿਨਾਂ ਦੇ ਲਈ, ਅਗਲੇ 24 ਘੰਟਿਆਂ ਲਈ ਇੱਕ ਤਾਂ ਉਹ ਇੰਟਰਨੈਟ ਸੇਵਾ ਉਹਨਾਂ ਇਲਾਕਿਆਂ 'ਚ ਬੰਦ ਕਰ ਰੱਖੀ ਹੈ। ਫਿਰ
ਤਾਂ ਕਿ ਮੈਸੇਜ ਵੀ ਠੀਕ ਤਰੀਕੇ ਨਾਲ ਕਿਤੇ ਨਾ ਜਾਵੇ। ਤੇ ਦੂਜਾ, ਟੋਲ ਪਲਾਜ਼ਿਆਂ ਦੇ ਉੱਤੇ ਪੁਲਿਸ ਦੇ ਜ਼ੋਰ, ਉਹ ਦੁਬਾਰਾ ਬਹਾਲੀ ਦਾ ਜਿਹੜਾ ਇੱਕ ਦੌਰ ਹੈ ਉਹ ਸ਼ੁਰੂ ਕਰਤਾ। ਇਹ ਸਾਰੀਆਂ ਚੀਜ਼ਾਂ ਉਸ ਪਾਸੇ ਵੱਲ ਨੇ। ਤੇ ਇੱਕ ਹੋਰ ਤਰੀਕਾ ਪ੍ਰਚਾਰਿਆ ਗਿਆ ਬਲਬੀਰ ਸਿੰਘ ਰਾਜੇਵਾਲ ਵੱਲੋਂ, ਜੋ ਹਰਿਆਣੇ ਦੇ ਬੰਦਿਆਂ ਦੇ ਖਿਲਾਫ ਬਾਰੇ ਇੱਕ ਟਿੱਪਣੀ ਕੀਤੀ ਸੀ ਕੱਲ। ਉਹ ਟਿੱਪਣੀ ਨੂੰ ਇਹ ਭੁਗਤਾਤਾ ਕਿ ਦੇਖੋ ਜੀ, ਉਹ ਤਾਂ ਮਤਲਬ ਹਰਿਆਣਵੀਆਂ ਦੀ ਤੋਹੀਨ ਕੀਤੀ ਹੈ, ਹਰਿਆਣੇ ਦੇ ਨੌਜਵਾਨਾਂ ਦੀ ਤੋਹੀਨ ਕੀਤੀ ਹੈ। ਹਰ ਕੱਲੀ ਕੱਲੀ ਗੱਲ ਨੂੰ ਫੜ ਕੇ, ਜਿਹੜੀ ਵੀ ਗੱਲ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਮਾੜਾ ਮੋਟਾ ਵੀ ਸਹਾਈ ਹੁੰਦੀ ਹੈ, ਸਰਕਾਰ ਤੇ ਉਹਦੇ ਨਾਲ ਜੁੜਿਆ ਮੀਡੀਆ ਇਹ ਸਾਰੀਆਂ ਗੱਲਾਂ ਕਰ ਰਹੇ ਨੇ। ਅੱਜ ਵੀ ਦਾ ਦੌਰ ਇਸ ਦੌਰ ਦੇ ਵਿੱਚ ਚੱਲ ਰਿਹਾ ਉਸ ਪੱਧਰ ਦੇ ਉੱਤੇ। ਔਰ ਇਸੇ ਕਰਕੇ ਇਹਨੂੰ ਕਾਊਂਟਰ ਕਰਨਾ, ਇਹਦਾ ਮੁਕਾਬਲਾ ਕਰਨ ਦੀ ਜਿਹੜੀ ਇੱਕ ਰਣਨੀਤੀ ਹੈ, ਉਹ ਰਣਨੀਤੀ ਦੇ ਤਹਿਤ ਹੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਆਗੂ ਟੀਮ ਹੈ, ਉਹਦੇ ਲਈ ਵਿਉਂਤਬੰਦੀ ਲੱਭਦੀ ਹੈ। ਹੁਣ ਤਿਰੰਗੇ ਦੇ ਅਪਮਾਨ ਦਾ ਜਵਾਬ ਅੱਜ ਸਿੰਘੂ ਬਾਰਡਰ ਤੇ ਉਹ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਨੇ ਇੱਕ ਵੱਡਾ ਮਾਰਚ, ਤਿਰੰਗਾ ਯਾਤਰਾ, ਤਿਰੰਗਾ ਰੋਡ ਸ਼ੋਅ ਜਾਂ ਉਹ ਕੀਤਾ ਸਾਰੇ ਬਾਰਡਰ ਤੇ ਜੀ, ਅਸੀਂ ਤਾਂ ਤਿਰੰਗੇ ਦੀ ਉਹ ਕਰ ਰਹੇ ਹਾਂ, ਤਾਂ ਕਿ ਉਹ ਕਾਊਂਟਰ ਉਸ ਤਰੀਕੇ ਦੇ ਨਾਲ ਹੋਵੇ। ਔਰ ਜਿਹੜੀ ਸਰਕਾਰ ਨੇ ਇਹ ਗੱਲ ਕੀਤੀ ਹੈ ਇਸ ਅੰਦੋਲਨ ਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ, ਕਿ ਇਹ ਅੰਦੋਲਨ ਕੇਵਲ ਪੰਜਾਬੀਆਂ ਦਾ, ਪੰਜਾਬੀਆਂ ਤੋਂ ਵੀ ਕੇਵਲ ਸਿੱਖਾਂ ਦਾ, ਇਹ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ, ਉਹ ਪੰਜਾਬੀਆਂ ਤੋਂ ਵੀ ਅੱਗੇ ਜਾ ਕੇ ਇਹਨੂੰ ਸਿੱਖ ਮੁੱਦਾ ਬਣਾਉਣ, ਜਿਹੜਾ ਸਿੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਵੀ ਕਰਦਾ, ਉਹਨੂੰ ਹੱਲਾਸ਼ੇਰੀ ਦਿੰਦੀ ਹੈ। ਤੇ ਦੂਜੇ ਪਾਸੇ ਜਿਹੜਾ ਇਹਨੂੰ ਸਮੁੱਚੇ ਪੰਜਾਬ ਹਰਿਆਣਾ, ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ, ਉਹਦੇ ਖਿਲਾਫ ਸਗੋਂ ਭੁਗਤ ਰਹੀ ਹੈ। ਆ ਵੀ ਜਿਹੜਾ ਹਰਿਆਣੇ ਤੇ ਪੰਜਾਬ 'ਚ ਟਕਰਾਅ ਪੈਦਾ ਕਰਨਾ, ਪਹਿਲਾਂ ਵੀ ਬੀਜੇਪੀ ਦੇ ਐਮਪੀ 'ਚ ਰਲ ਕੇ ਗਏ, SYL ਦਾ ਮੁੱਦਾ ਲਿਆਉਣ ਦੀ ਟਰਾਈ ਕੀਤੀ, ਕਿਉਂਕਿ ਉਹ ਟਕਰਾਅ ਸੀ, ਉਹ ਚੱਲਿਆ ਨਹੀਂ। ਹੁਣ ਉਹੀ ਰਾਜੇਵਾਲ ਦੀ ਸਟੇਟਮੈਂਟ ਨੂੰ ਉਹ ਕੀਤਾ, ਉਹਨੂੰ ਕਾਊਂਟਰ ਕਰਨ ਲਈ ਬਲਵੀਰ ਰਾਜੇਵਾਲ ਨੇ ਦੁਬਾਰਾ ਇੱਕ ਆਪਣਾ ਸਪਸ਼ਟੀਕਰਨ ਤੇ ਉਸ ਰੂਪ 'ਚ ਦਿੱਤਾ ਕਿ ਸਾਡਾ ਇਹ ਕੋਈ ਗੱਲ ਨਹੀਂ ਹੈ, ਸਾਰੇ ਲੋਕ ਉਹ ਸ਼ਾਮਲ ਨੇ। ਤੇ ਅੱਜ ਵੀ ਜਿਹੜੀ ਸੰਯੁਕਤ ਮੋਰਚੇ ਦਾ ਪ੍ਰਧਾਨ ਹਰਿਆਣੇ ਦਾ ਜਿਹੜੇ ਚੜੂਨੀ ਨੇ, ਤੇ ਉਹਦੇ ਨਾਲ ਜਿਹੜੀ ਫੋਰਸ ਉਹ ਸਾਰੀ ਹੈ, ਉਹ ਇਕੱਠੇ ਉਸ ਮਾਰਚ ਦੇ ਵਿੱਚ ਸ਼ਾਮਲ ਨੇ, ਉਹ ਸਟ੍ਰੈਟਜੀ ਨੂੰ ਦੂਜੀ ਨੂੰ ਰੱਦ ਕਰਨ ਦੇ ਲਈ ਜਿਹੜੀ ਗੌਰਮੈਂਟ ਦੀ ਸਟ੍ਰੈਟਜੀ ਹੈ ਜਾਂ ਰਣਨੀਤੀ ਹੈ। ਇਹ ਇੱਕ ਹੁਣ ਰਣਨੀਤੀ ਦਾ ਤੇ ਇੱਕ ਦੂਜੇ ਦੇ ਦਾਅ ਪੇਚ ਦੀ ਖੇਡ ਦੇ ਵਿੱਚ ਜਿਹੜਾ ਇਹ ਕੰਮ ਚੱਲ ਰਿਹਾ, ਉਹਨਾਂ ਨੂੰ ਲੱਗਦਾ ਕਿ ਇੱਕ ਹੱਦ ਤੱਕ ਲੋਕਾਂ ਦੇ ਮਨੋਵਿਗਿਆਨ ਤੇ ਥੋੜੀ ਬਹੁਤ ਉਦਾਸੀ ਜਾਂ ਉਹਨੂੰ ਸੈਟਬੈਕ ਵੱਜਣ ਦੀ ਗੱਲ ਆਈ ਹੈ, ਇਹਨੂੰ ਕਿਵੇਂ ਫੇਵਰ 'ਚ ਕੀਤਾ ਜਾਏ। ਹਾਲਾਂਕਿ ਗੌਰਮੈਂਟ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਉਹ ਸਰਕਾਰ ਚਲਾਉਣ ਵਾਲੀ ਹੈ, ਤੇ ਸਰਕਾਰ ਦੇ ਵਿੱਚ ਜੇਕਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਦੂਜੇ ਦੇਸ਼ਾਂ ਨਾਲ ਜਾਂ ਵਿਰੋਧੀਆਂ ਨਾਲ ਤਾਂ ਟਰਾਈ ਕਰਦੇ ਹੁੰਦੇ ਨੇ, ਤੇ ਆਪਣੇ ਲੋਕਾਂ ਨਾਲ ਇਹ ਟਰਾਈ ਨਹੀਂ ਕਰਦੇ। ਪਰ ਇਸੇ ਮਾਹੌਲ ਦੇ ਵਿੱਚ ਹੁਣ ਜਿਹੜਾ ਇੱਕ ਇਹ ਹੋ ਰਹੀ ਹੈ ਵਿਉਂਤਬੰਦੀ, ਇੱਕ ਗੱਲ ਤਾਂ ਸਾਬਤ ਹੋ ਗਈ ਹੈ ਕਿ ਅਜੇ ਵੀ ਲੱਖਾਂ ਲੋਕ ਉਹਨਾਂ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ, ਉਹਨਾਂ ਜਿਹੜੇ ਪੱਕੇ ਡੇਰੇ ਲਾ ਕੇ ਬੈਠੇ ਹੋਏ ਨੇ, ਉਹ ਨਹੀਂ ਆਏ ਅਜੇ। ਉੱਥੇ ਇੰਟਰਨੈਟ ਨਾ ਚੱਲਣ ਕਰਕੇ ਉਹਨਾਂ ਦੀਆਂ ਪੂਰੀਆਂ ਗੱਲਾਂ ਲੋਕਾਂ ਤੱਕ ਪਹੁੰਚ ਨਹੀਂ ਰਹੀਆਂ। ਔਰ ਇਹ ਜਦੋਂ ਪਹੁੰਚਣਗੀਆਂ ਕੁਝ ਦਿਨਾਂ ਦੇ ਵਿੱਚ ਹੀ, ਤਾਂ ਉਹ ਮੋਰਚਾ ਦੁਬਾਰਾ ਕਿਵੇਂ ਲਾਈਵ ਮੋਰਚੇ ਦੀ ਤਰ੍ਹਾਂ ਚੱਲਦਾ ਹੈ। ਔਰ ਕੁਝ ਗੱਲਾਂ ਉੱਥੋਂ ਆ ਰਹੀਆਂ ਨੇ, ਫੋਟੋਆਂ ਵੀ ਭੇਜੀਆਂ ਜਾ ਰਹੀਆਂ ਨੇ, ਜਿਹੜੀਆਂ ਫੋਟੋਆਂ ਨੇ ਕਿ ਉਵੇਂ ਹੀ ਲੰਗਰ ਲੱਗੇ ਨੇ, ਉਵੇਂ ਸਾਰੀਆਂ ਚੀਜ਼ਾਂ ਨੇ, ਤੇ ਉਹ ਸਾਰਾ ਕੁਝ ਉਸ ਤਰੀਕੇ ਦੇ ਨਾਲ ਵਾਪਰ ਰਿਹਾ ਜੀ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਪਹਿਲੇ ਦਿਨ ਤੋਂ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਜਿਹੜੇ ਕਈ ਤਰ੍ਹਾਂ ਦੇ ਪੈਂਤੜੇ ਖੇਡਦੀ ਆ ਰਹੀ ਸੀ, ਤੇ ਹੁਣ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਭਾਈਚਾਰਕ ਏਕਾ ਬਣਿਆ ਸੀ, ਉਹਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਜਿਵੇਂ ਦੇ ਹੁਣ ਖੇਡਾਂ ਖੇਡ ਰਹੀ ਹੈ, ਉਹ ਆਪਣੀ ਖੇਡਾਂ 'ਚ ਕਾਮਯਾਬ ਹੋ ਸਕੇਗੀ? ਟਰਾਈ ਤਾਂ ਇਹੀ ਹੈ, ਮਤਲਬ ਇਹੀ ਹੈ ਕਿ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਏ। ਕਮਜ਼ੋਰ ਹੋ ਜਾਂਦਾ ਅੰਦੋਲਨ ਤਾਂ ਹੋਰ, ਹਾਲਾਂਕਿ ਬਾਕੀ ਦੇਸ਼ ਤਾਂ ਇਸ ਵਰਤਾਂਤ 'ਚੋਂ ਹੀ ਬਾਹਰ ਕੱਢਤਾ। 26 ਜਨਵਰੀ ਨੂੰ ਕੱਲਾ ਦਿੱਲੀ ਨਹੀਂ ਹੋਇਆ, 26 ਜਨਵਰੀ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਵੱਡੇ ਇਕੱਠ ਹੋਏ ਨੇ ਕਿਸਾਨੀ ਦਾ, ਮਜ਼ਦੂਰਾਂ ਦੇ, ਤੇ ਆਪਣੇ ਤਰੀਕੇ ਦੇ। ਉਹ ਕਿਸੇ ਮੀਡੀਆ ਨੇ ਨਹੀਂ ਦਿਖਾਏ ਉਸ ਲੈਵਲ ਤੇ, ਗੋਦੀ ਮੀਡੀਆ ਨੇ, ਕਿਉਂਕਿ ਉਹ ਫੋਕਸ ਹੀ ਇੱਕੋ ਘਟਨਾ ਕਰਤੀ। 26 ਜਨਵਰੀ ਨੂੰ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਪੀਸਫੁਲ ਗੇੜਾ ਵੀ ਦਿੱਤਾ ਗਿਆ ਟਰੈਕਟਰਾਂ ਦਾ ਦਿੱਲੀ ਦੇ ਵਿੱਚ, ਉਹਨੂੰ ਵੀ ਕਿਸੇ ਨੇ ਨਹੀਂ ਦਿਖਾਇਆ। ਉਹਨਾਂ ਤਸਵੀਰਾਂ ਨੂੰ ਦਿੱਲੀ ਵਾਸੀਆਂ ਨੇ ਫੁੱਲ ਸੁੱਟੇ, ਉਹਨਾਂ ਨੂੰ ਵੀ ਦਿਖਾਇਆ। ਕੇਵਲ ਇੱਕ ਛੋਟੀ ਗੱਲ ਨੂੰ ਉਭਾਰ ਕੇ ਜਿਹੜਾ ਪੇਸ਼ ਕਰਨਾ ਹੈ, ਉਹਦੀ ਕੋਸ਼ਿਸ਼ ਤਾਂ ਇਹੀ ਹੈ। ਪਹਿਲਾਂ ਤੋਂ ਹੀ ਕੋਸ਼ਿਸ਼ ਇਹ ਸੀ। ਪਹਿਲਾਂ ਜਿਸ ਕਿਸਮ ਦੀ ਰਣਨੀਤੀ ਨਾਲ ਇਹ ਅੰਦੋਲਨ ਚੱਲਿਆ, ਉਸ ਅੰਦੋਲਨ ਨੇ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਛੋਟੀਆਂ ਸਾਬਤ ਕੀਤਾ ਤੇ ਫੇਲ ਸਾਬਤ ਕੀਤਾ। ਕਿਉਂ ਅੱਜ ਵੀ ਉਹ ਕਿਉਂ ਨਹੀਂ ਚੱਲ ਸਕਣਗੀਆਂ? ਕਿਉਂ ਉਮੀਦ ਲੱਗਦੀ ਹੈ ਕਿ ਉਹ ਫਲਾਪ ਹੋਣਗੀਆਂ? ਕਿਉਂਕਿ ਅੰਦੋਲਨ ਦੇ ਵਿੱਚ ਜਿਹੜੇ ਲੋਕ ਨੇ, ਹਰ ਬੰਦੇ ਨੇ, ਚਾਹੇ ਉਹ ਪੰਜਾਬ ਦਾ, ਹਰਿਆਣੇ ਦਾ, ਜਾਂ ਕਿਸੇ ਯੂਪੀ ਦਾ, ਉੱਤਰਾਖੰਡ ਦਾ, ਜਿੱਥੇ ਤੱਕ ਵੀ ਦੇਸ਼ ਦੇ ਸੂਬਿਆਂ ਤੇ ਤੱਕ ਇਹ ਗੱਲ ਚਲੀ ਗਈ ਹੈ ਕਿ ਖੇਤੀ ਦੇ ਵਿੱਚ ਕਾਰਪੋਰੇਟ ਘਰਾਣੇ ਆ ਰਹੇ ਨੇ, ਖੇਤੀ ਦੇ ਉਹਨਾਂ ਦੇ ਉੱਤੇ ਹਮਲਾ ਹੈ, ਉਹਨਾਂ ਦੇ ਖੇਤਾਂ ਦੇ ਵੱਡੇ ਖੇਤ ਬਣਾ ਕੇ ਛੋਟੇ ਲੋਕਾਂ ਨੂੰ ਕਰਿੰਦੇ ਬਣਾਉਣ ਦੀ ਕਟਰਾਈ ਹੈ,
ਤੇ ਉਹਨਾਂ ਦੀ ਮੰਡੀ ਜਾ ਰਹੀ ਹੈ। ਮੰਡੀ ਜਾਊਗੀ ਤਾਂ ਲੱਖਾਂ ਲੋਕਾਂ ਦਾ ਰੁਜ਼ਗਾਰ ਚਲੇ ਜਾਣ ਦੀ ਸੰਭਾਵਨਾ ਹੈ, ਸੂਬਿਆਂ ਦੇ ਅਧਿਕਾਰ ਚਲੇ ਜਾਣ ਦੀ ਸੰਭਾਵਨਾ ਹੈ। ਜਿਹੜੇ ਇਹ ਚੀਜ਼ਾਂ ਨੇ ਸਾਰੀਆਂ, ਇਹ ਲੋਕਾਂ ਨੂੰ ਇਹ ਦੱਸਦੀਆਂ ਨੇ ਕਿ ਕੱਲੇ ਕੱਲੇ ਦੀ ਆਉਣ ਵਾਲਾ ਭਵਿੱਖ ਤੇ ਉਹਦੀ ਹੋਂਦ ਖਤਰੇ ਦੇ ਵਿੱਚ ਹੈ। ਜਦੋਂ ਕੱਲੇ ਕੱਲੇ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਮੇਰੀ ਹੋਂਦ ਖਤਰੇ ਦੇ ਵਿੱਚ ਹੈ, ਮੇਰਾ ਭਵਿੱਖ ਖਤਰੇ ਦੇ ਵਿੱਚ ਹੈ, ਉਦੋਂ ਲੋਕ ਸ਼ਾਇਦ ਉਹਨਾਂ ਚਾਲਾਂ ਦੇ ਵਿੱਚ ਜੇ ਟੈਂਪਰੇਰੀ ਤੌਰ ਤੇ ਕੁਝ ਆਰਜੀ ਸਮੇਂ ਲਈ ਆ ਵੀ ਜਾਣ ਤਾਂ ਮੁੜ ਕੇ ਫਿਰ ਉਹ ਉਹਦੇ 'ਚ ਉੱਭਰੇ ਆਉਣੇ ਨੇ। ਉਹਨੂੰ ਲੱਗਦਾ ਨਹੀਂ ਅਸਲ ਗੱਲ ਇਹ ਹੈ, ਜਿਵੇਂ ਗੁੱਸਾ ਹੋ ਜਾਂਦਾ ਕਿਸੇ ਗੱਲ ਤੇ, ਜੇ ਆਪਸਦਾਰੀ ਦੇ ਵਿੱਚ ਚਾਰ ਬੰਦਿਆਂ ਦੇ ਵਿੱਚ ਕੁਝ ਮਾੜਾ ਮੋਟਾ ਮਨ ਮੁਟਾਅ ਹੋ ਵੀ ਜਾਂਦਾ ਤਾਂ ਕੁਝ ਸਮਾਂ ਪੈਣ ਤੋਂ ਬਾਅਦ ਹੀ ਇੱਕ ਦੂਜੇ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਕਿ ਨਹੀਂ, ਉਹ ਦੋਸਤੀ 'ਚ ਫਿਰ ਪਲਟ ਜਾਂਦਾ। ਇਹ ਲੜਾਈ ਉਹਨਾਂ ਨੂੰ ਪਤਾ ਹੈ ਕਿ ਨਾ ਕੇਵਲ ਪੰਜਾਬ ਦੇ ਆਗੂਆਂ ਦੀ ਹੈ, ਨਾ ਪੰਜਾਬ ਦੀਆਂ ਜਥੇਬੰਦੀਆਂ ਦੀ ਹੈ, ਨਾ ਕੇਵਲ ਪੰਜਾਬ ਦੀ ਹੈ, ਇਹ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ, ਬਲਕਿ ਸਮੁੱਚੀ ਦੁਨੀਆ ਦੇ ਕਿਸਾਨਾਂ ਦੀ ਲੜਾਈ ਹੈ। ਜਿਹੜੇ ਕਿਸਾਨੀਅਤ, ਜਿਹੜੇ ਕਿਰਤੀ, ਜਿਹੜੇ ਕਿਸਾਨ ਤੇ ਜਿਹੜੇ ਮਜ਼ਦੂਰ ਤੇ ਜਿਹੜਾ ਛੋਟਾ ਵਪਾਰੀ, ਜਿਨ੍ਹਾਂ ਦੇ ਹੱਥੋਂ ਉਹਨਾਂ ਦੀ ਰੋਜੀ ਰੋਟੀ ਖੋਈ ਜਾ ਰਹੀ ਹੈ। ਇਹ ਬੁਨਿਆਦੀ ਪਹਿਲੂ ਹੈ, ਜਿਹੜਾ ਬੁਨਿਆਦੀ ਪਹਿਲੂ ਲੋਕਾਂ ਦੀ ਮਾਨਸਿਕਤਾ ਨੂੰ ਜੋੜਨ ਵਾਲਾ ਹੈ। ਜਦੋਂ ਉਹ ਜੁੜਦੀ ਹੈ ਤਾਂ ਆਪਸ ਦੇ ਵਿੱਚ ਸੰਵਾਦ ਵੀ ਕਰਦੀ ਹੈ। ਜਦੋਂ ਸੰਵਾਦ ਦੇ ਰਾਹ ਪੈਂਦੇ ਨੇ ਤਾਂ ਹਰ ਚਾਲ ਜਿਹੜੀ ਆ ਉਹ ਫੇਲ ਹੋ ਜਾਂਦੀ ਹੈ, ਫਲਾਪ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਹਰਿਆਣੇ ਤੇ ਪੰਜਾਬ ਦੇ ਵਿੱਚ ਟਕਰਾਅ ਖੜਾ ਕਰਨ ਦਾ ਕੋਸ਼ਿਸ਼ ਹੈ, ਜਾਂ ਇਦੋਂ ਪਹਿਲਾਂ ਉਹ ਕੁਝ ਬੰਦੇ ਲਿਆ ਕੇ ਉੱਥੇ, ਦਿੱਲੀ ਨੇ ਤਾਂ ਸਾਰੀ ਨੇ 2 ਮਹੀਨੇ ਤੋਂ ਦੇਖਿਆ, ਸਾਰੀ ਦਿੱਲੀ ਨੇ ਆਪਣੇ ਰਸਤੇ ਘਰ ਖੋਲੇ ਹੋਏ ਨੇ, ਕੋਈ ਇੱਕ ਵੀ ਬੰਦੇ ਨੇ ਤੰਗੀ ਦਾ ਕੋਈ ਜ਼ਿਕਰ ਨਹੀਂ ਕੀਤਾ। ਤੇ ਜੇ ਹੁਣ ਤੁਸੀਂ ਆਪਣੇ ਬੀਜੇਪੀ ਦੇ ਜਾਂ ਵਰਕਰ ਲਿਆ ਕੇ ਉੱਥੇ ਥੋੜੇ ਬਹੁਤ ਗਿਣਤੀ 'ਚ ਨਾਅਰੇ ਲਵਾਈ ਜਾਂਦੇ ਹੋ, ਔਰ ਪੁਲਿਸ ਉੱਥੇ ਤੈਨਾਤ ਹੈ ਐਡੀ ਵੱਡੀ ਗਿਣਤੀ 'ਚ, ਪੁਲਿਸ ਕਿਉਂ ਨਹੀਂ ਕਹਿੰਦੀ ਕਿ ਤੁਸੀਂ ਉਹਨਾਂ ਦੇ ਉਰੇ ਘਰ 'ਚ ਆ ਕੇ ਨਾਅਰੇ ਮਾਰਦੇ ਹੋ, ਲੜਾਈ ਹੋ ਗਈ, ਕੱਲ੍ਹ ਨੂੰ ਦੰਗਾ ਹੋ ਗਿਆ ਤਾਂ ਤੁਸੀਂ ਕੀ ਹੈ, ਇਹਦਾ ਮਤਲਬ ਨੀਅਤ ਦੇ ਤੌਰ ਤੇ ਤੁਸੀਂ ਦੰਗਾ ਕਰਾਉਣਾ ਚਾਹੁੰਦੇ ਹੋ। ਨਹੀਂ ਤਾਂ ਪੁਲਿਸ ਦਾ ਕੰਮ ਹੁੰਦਾ ਦੋਨੇ ਧਿਰਾਂ ਨੂੰ ਦੂਰ ਰੱਖਣਾ, ਕਿ ਤੁਹਾਡਾ ਵੀ ਹੱਕ ਹੈ ਜੇ ਤੁਸੀਂ ਆਪਣੀ ਗੱਲ ਕਹਿਣੀ ਹੈ ਦੂਰ ਰਹਿ ਕੇ ਕਰੋ। ਉਹੀ ਗੱਲ ਡਿਮਾਂਡ ਤੁਸੀਂ ਪਿੱਛੇ ਰਹਿ ਕੇ ਕਰ ਸਕਦੇ ਹੋ। ਤੁਸੀਂ ਉਹਨਾਂ ਦੇ ਬਰੂਹਾਂ ਤੇ ਲਿਆ ਰਹੇ ਹੋ, ਉਹਨਾਂ ਨੂੰ ਹੱਲਾਸ਼ੇਰੀ ਦੇ ਰਹੇ ਹੋ। ਇਹਦਾ ਮਤਲਬ ਸਰਕਾਰ ਹਿੰਸਕ ਪਾਸੇ ਲਿਜਾਣ ਲਈ ਤਿਆਰ ਹੈ, ਨਾ ਕਿ ਕਿਸਾਨ ਅੰਦੋਲਨ। ਕਿਸਾਨ ਅੰਦੋਲਨ ਸ਼ਾਂਤਮਈ ਰਹਿਣਾ ਚਾਹੁੰਦਾ ਹੈ ਤੇ ਸਰਕਾਰ ਦੂਜੇ ਪਾਸੇ ਖਿੱਚ ਕੇ ਲਿਜਾਣਾ ਚਾਹੁੰਦੀ ਹੈ। ਕਸਮ ਕਾਸੇ ਤੋਂ ਉਲਟ ਹੁੰਦੀ ਹੈ, ਕਈ ਵਾਰ ਅੰਦੋਲਨ ਦੂਜੇ ਪਾਸੇ ਲਿਜਾਂਦੇ ਨੇ, ਸਰਕਾਰਾਂ ਅਮਨ ਮਨਮਾਨ ਚੱਲ ਰਹੀਆਂ ਨੇ। ਇੱਥੇ ਬਿਲਕੁਲ ਉਲਟਾ ਚੱਲ ਰਿਹਾ ਕੰਮ। ਹਮੀਰ ਸਿੰਘ ਜੀ, ਕੱਲ ਤੋਂ ਕੇਂਦਰ ਸਰਕਾਰ ਦਾ ਬਜਟ ਸੈਸ਼ਨ ਜਿਹੜਾ ਹੈਗਾ ਸ਼ੁਰੂ ਹੋਣ ਜਾ ਰਿਹਾ, ਤੁਹਾਨੂੰ ਲੱਗਦਾ ਵੀ ਕਿ ਇਹ ਕਿਸਾਨ ਅੰਦੋਲਨ ਜਿਹੜਾ ਹੈਗਾ ਬਜਟ ਸੈਸ਼ਨ ਤੇ ਕੋਈ ਅਸਰ ਪਾਏਗਾ, ਜਾਂ ਬਜਟ ਸੈਸ਼ਨ 'ਚ ਕੋਈ ਕਿਸਾਨੀ ਦਾ ਮੁੱਦਾ ਉੱਠ ਸਕਦਾ? ਨਹੀਂ, ਬਿਲਕੁਲ ਇਹ ਹੁਣ ਪ੍ਰੀਖਿਆ ਦੀ ਘੜੀ ਹੈ ਦੇਸ਼ ਦੀਆਂ ਸਿਆਸੀ ਪਾਰਟੀਆਂ ਦੀ, ਜਿਹੜੀਆਂ ਈਵਨ ਸਰਕਾਰ ਦੇ ਅੰਦਰ ਵੀ ਜਿਹੜੇ ਕਿਸਾਨੀ ਦੇ ਪੱਖ ਦੇ ਵਿੱਚ ਕੁਝ MP ਜਿਹੜੇ ਲੱਗਦੇ ਨੇ ਕਿ ਸਾਨੂੰ ਕਿਸਾਨੀ ਦੀ ਜਿਹੜੀ ਅਸਲੀ ਹਾਲਤ ਪਤਾ ਹੈ, ਜਿਹੜੇ ਇਹ ਕਹਿੰਦੇ ਹੋਣਗੇ ਕਿ ਅਸੀਂ ਕਿਸਾਨੀ ਦੀਆਂ ਮੁਸ਼ਕਲਾਂ ਪਤਾ ਹੈ, ਉਹ ਚਾਹੇ ਬੀਜੇਪੀ ਦੇ ਅੰਦਰਲੇ ਹੋਣ ਚਾਹੇ ਬੀਜੇਪੀ ਤੋਂ ਬਾਹਰਲੇ ਹੋਣ, ਖਾਸ ਤੌਰ ਤੇ ਵਿਰੋਧੀ ਧਿਰਾਂ ਸਾਰੀਆਂ, ਇਹ ਹੁਣ ਪਾਰਲੀਮੈਂਟ ਦੇ ਵਿੱਚੋਂ ਕੀ ਭੂਮਿਕਾ ਅਦਾ ਕਰਦੀਆਂ ਨੇ ਇਸ ਅੰਦੋਲਨ ਦੇ ਬਾਰੇ, ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਬਾਰੇ, ਇਹਨਾਂ ਕਾਨੂੰਨਾਂ ਤੇ ਚਰਚਾ ਕਰਾਉਣ ਦੇ ਬਾਰੇ। ਇਹ ਉਹਨਾਂ ਦੀ ਪ੍ਰੀਖਿਆ ਦੀ ਘੜੀ ਹੈ। ਬਾਹਰੋਂ ਤਾਂ ਕੇਵਲ ਪ੍ਰੈਸ ਕਾਨਫਰੰਸਾਂ ਕਰਕੇ ਕੁਝ ਬਿਆਨਬਾਜ਼ੀ ਹੁੰਦੀ ਰਹੀ ਹੈ। ਹਾਲਾਂਕਿ ਬੀਜੇਪੀ ਦੇ ਅੰਦਰ ਵੀ ਇੱਕ ਤਬਕਾ ਅੱਜ ਤੱਕ ਇਹੋ ਜਿਹਾ, ਚਾਹੇ ਉਹਦਾ ਭਾਰਤੀ ਕਿਸਾਨ ਸੰਘ ਹੋਵੇ, ਉਹਦੇ 'ਚ ਵੀ ਇੱਕ ਬੜਾ ਤਬਕਾ ਹੈ। ਬੀਜੇਪੀ ਦੇ MPਆਂ ਦੇ ਵਿੱਚ ਵੀ ਇੱਕ ਤਬਕਾ ਇਹੋ ਜਿਹਾ ਜਿਹੜਾ ਪ੍ਰਾਈਵੇਟਲੀ ਇਹ ਸਮਝਦਾ ਰਿਹਾ ਕਿ ਸਰਕਾਰ ਠੀਕ ਨਹੀਂ ਕਰ ਰਹੀ। ਪਰ ਇਹ ਦੇਸ਼ ਦੇ ਸਾਹਮਣੇ ਇੱਕ ਭਵਿੱਖ ਦਾ ਮੌਕਾ ਹੈ। ਉਸ ਮੌਕੇ ਨੂੰ ਸਿਆਸਤਦਾਨ ਜਿਹੜੇ ਨੇ ਹੁਣ ਪਾਰਲੀਮੈਂਟ ਦੇ ਅੰਦਰ, ਚਾਹੇ ਉਹ ਰਾਜ ਸਭਾ ਦੇ ਵਿੱਚ ਨੇ ਚਾਹੇ ਉਹ ਲੋਕ ਸਭਾ ਦੇ ਵਿੱਚ ਨੇ, ਉਹ ਕਿੱਥੇ ਤੱਕ ਜਾਣਗੇ। ਮੈਨੂੰ ਤਾਂ ਇਹ ਲੱਗਦਾ ਕਿ ਜਿਹੜੇ ਪੰਜਾਬ ਨਾਲ ਸੰਬੰਧਿਤ, ਹਰਿਆਣੇ ਨਾਲ ਸੰਬੰਧਿਤ ਘੱਟੋ ਘੱਟ MP ਜਾਂ ਜਿਹੜੇ ਹੋਰ ਉੱਤਰਾਖੰਡ ਜਾਂ ਜਿੱਥੇ ਨਾਲ ਸੰਬੰਧਿਤ MP ਨੇ, ਉਹਨਾਂ ਤੇ ਇੱਕ ਦਬਾਅ ਵਿਕਸਿਤ ਹੋਣਾ ਚਾਹੀਦਾ ਇਸ ਅੰਦੋਲਨ ਨੂੰ। ਉਹਨਾਂ MPਆਂ ਨਾਲ ਗੱਲ ਵੀ ਕਰਨੀ ਚਾਹੀਦੀ ਹੈ, ਅੰਦੋਲਨਕਾਰੀਆਂ ਦੇ ਜਿਹੜੇ ਜਥਿਆਂ ਨੂੰ, ਕਿ ਤੁਸੀਂ ਕੀ ਕਰ ਰਹੇ ਹੋ। ਔਰ ਇਹ ਜਿਵੇਂ ਚੈਲੰਜ ਉਹਨਾਂ ਨੂੰ ਕੀਤਾ ਜਾ ਚੁੱਕਿਆ ਸਟੇਜਾਂ ਤੋਂ ਕਿ ਅਸੀਂ ਕੱਲੇ ਕੱਲੇ MP ਦੀ ਕਾਰਗੁਜ਼ਾਰੀ ਤੇ ਅੰਦੋਲਨ ਦੀ ਨਜ਼ਰ ਰਹੇਗੀ, ਔਰ ਜੇ ਨਜ਼ਰ ਰਹੇਗੀ ਤਾਂ ਪੰਜਾਬ ਦੇ 13 ਲੋਕ ਸਭਾ ਦੇ MP ਤੇ 7 ਰਾਜ ਸਭਾ ਦੇ MP, ਹਰਿਆਣੇ ਦੇ 10 MP ਨੇ, ਚਾਹੇ ਉਹ ਬੀਜੇਪੀ ਦੇ ਹੀ ਨੇ ਚਾਹੇ ਲੋਕ ਸਭਾ ਦੇ ਉਸ ਰੂਪ ਦੇ ਵਿੱਚ, ਪਰ ਰਾਜ ਸਭਾ ਦੇ MPਆਂ 'ਚ ਦੂਜਿਆਂ ਦਾ ਵੀ ਰੋਲ ਹੈ। ਔਰ ਉਹ ਸਾਰੇ ਲੋਕਾਂ ਦੀ ਜੇ ਉੱਥੇ ਸੁਣਵਾਈ ਨਹੀਂ ਹੁੰਦੀ ਤਾਂ ਉਹ ਕੱਲਾ ਇੰਨਾ ਕਰਕੇ ਨਾ ਹੁਣ ਕਿ ਉੱਥੋਂ ਵਾਕਆਊਟ ਕਰਕੇ ਬਾਹਰ ਆ ਜਾਓ। ਉੱਥੇ ਆਪਣੀ ਪੂਰੀ ਜੋਸ਼ੋ ਖਰੋਸ਼ ਦੇ ਨਾਲ ਗੱਲ ਰੱਖਣ, ਸਰਕਾਰ ਨੂੰ ਮਜਬੂਰ ਕਰਨ ਤੇ ਬਿਆਨ ਦੇਣ ਦੇ ਲਈ, ਤਾਂ ਇਹ ਤੋਂ ਬੋਲਡ ਕਰਨ ਦੇ ਲਈ, ਇਹ ਤੋਂ ਪਿੱਛੇ ਹਟਣ ਦੇ ਲਈ ਵੀ। ਦੂਜੀ ਗੱਲ, ਅਗਲੀ ਗੱਲ, ਇਹਨਾਂ ਗੱਲਾਂ ਤੇ ਵੀ ਸਰਕਾਰ ਤੋਂ ਜਵਾਬ ਲੈਣ ਕਿ ਕਿਸਾਨ ਅੰਦੋਲਨ ਨੂੰ ਪਾੜਨ ਦੀ ਨੀਤੀ ਕਿਉਂ ਚੱਲ ਰਹੇ ਹੋ ਤੁਸੀਂ ਪੀਸਫੁਲ ਅੰਦੋਲਨ ਨੂੰ ਹਿੰਸਕ ਕਿਉਂ ਬਣਾਉਣਾ ਚਾਹੁੰਦੇ ਹੋ। ਤੇ ਇਦੋਂ ਵੀ ਅਗਲੀ ਗੱਲ, ਜੇ ਸੁਣੀਓ ਨਹੀਂ ਜਾਂਦੀ, ਜਿਵੇਂ ਰਾਜ ਸਭਾ 'ਚ ਨਹੀਂ ਸੁਣੀ ਗਈ ਤਾਂ ਕਿਤੇ, ਤਾਂ ਮੈਨੂੰ ਲੱਗਦਾ ਕਿ ਘੱਟੋ ਘੱਟ ਪੰਜਾਬ ਦੇ MP ਅਸਤੀਫਾ ਦੇ ਕੇ ਬਾਹਰ ਆਉਣ।
ਉਹ ਕਿਉਂ ਉਹਦੇ ਨਾਲ ਚਿੰਬੜੇ ਹੋਏ ਨੇ ਜੇ ਤੁਹਾਡੀ ਸੁਣਵਾਈ ਉਹ ਨਹੀਂ ਉੱਥੇ ਤੱਕ ਹੋ ਕੇ। ਔਰ ਇਹ ਕਿਸੇ ਪਾਰਟੀਬਾਜ਼ੀ ਦਾ ਸਵਾਲ ਨਹੀਂ ਹੁਣ, ਪਾਰਟੀ ਕੋਈ ਵੀ ਹੋਵੇ, ਸਮੁੱਚੇ ਲੋਕਾਂ ਨੂੰ ਮਿਲ ਕੇ ਪਾਰਲੀਮੈਂਟ ਦੇ ਅੰਦਰ ਇੱਕ ਬੜਾ ਵੱਡਾ 65-70 ਕਰੋੜ ਲੋਕਾਂ ਦਾ ਜਿਹੜਾ ਇੱਕ ਜੀਵਨ ਦਾ ਸਵਾਲ ਹੈ, ਜ਼ਿੰਦਗੀ ਤੇ ਮੌਤ ਦਾ ਸਵਾਲ ਹੈ, ਉਹਦੇ ਨਾਲ ਖੜਨਾ ਚਾਹੀਦਾ ਹੈ ਔਰ ਆਪਣੇ ਵੱਲੋਂ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਤੁਸੀਂ ਰੀਅਲੀ ਲੋਕਾਂ ਦੇ ਨਾਲ ਹੋ। ਜੀ ਹਮੀਰ ਸਿੰਘ ਜੀ, ਹੁਣ ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ ਕੀ ਹੋਵੇਗੀ? ਜਥੇਬੰਦੀਆਂ ਨੇ ਐਲਾਨ ਕੀਤਾ ਇਹ ਤੋਂ ਪਹਿਲਾਂ ਵੀ, ਇੱਕ ਐਲਾਨ ਇਹੀ ਕੀਤਾ ਕਿ 30 ਤਰੀਕ ਨੂੰ ਤਾਂ ਉਹਨਾਂ ਨੇ ਪਰਸੋਂ ਨੂੰ ਪੂਰੇ ਮਤਲਬ ਸਭਾਵਾਂ ਵੀ ਕਰਨੀਆਂ ਨੇ ਪੂਰੇ ਦੇਸ਼ ਦੇ ਵਿੱਚ ਜਿੱਥੇ ਤੱਕ ਹੋਏਗਾ, ਤੇ ਲੀਡਰਸ਼ਿਪ ਨੇ ਵਰਤ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਉਹ ਦਿਨ ਵੀ ਮਹਾਤਮਾ ਗਾਂਧੀ ਦੇ ਨਾਲ ਜੁੜਿਆ ਹੋਇਆ ਹੈ ਤੇ ਦੇਸ਼ ਦੇ ਵਿੱਚ ਮਹਾਤਮਾ ਗਾਂਧੀ ਦੇ ਰੂਪ ਦੇ ਵਿੱਚੋਂ ਕਾਫੀ ਚੀਜ਼ਾਂ ਉਸ ਲੈਵਲ ਤੇ ਹੋ ਰਹੀਆਂ ਨੇ ਕਿ ਸ਼ਾਂਤਮਈ ਕਿਹਾ ਜਾਂਦਾ ਹੈ ਦੇਸ਼ ਉਸ ਪੱਧਰ ਦੇ ਉੱਤੇ ਹੈ। ਮਹਾਤਮਾ ਗਾਂਧੀ ਵੀ ਅਹਿੰਸਾ ਦੀ ਗੱਲ ਕਰਦੇ ਸੀ ਤੇ 1 ਫਰਵਰੀ ਦਾ ਉਹਨਾਂ ਨੇ ਸਿਆਣਪ ਨਾਲ ਟਾਲਤਾ ਇਸ ਕਰਕੇ ਕਿਉਂਕਿ ਆ ਨਵਾਂ ਤਾਜ਼ਾ ਟਕਰਾਅ ਹੋਇਆ, ਨਹੀਂ ਤਾਂ ਉਧਰ ਨੂੰ ਜਾਣਾ ਸੀ। 1 ਫਰਵਰੀ ਦਾ ਬਜਟ ਪੇਸ਼ ਹੁੰਦਾ ਹੈ ਉਸ ਪੱਧਰ ਦੇ ਉੱਤੇ, ਬਜਟ ਤੇ ਵੀ ਲੋਕਾਂ ਦੀਆਂ ਨਜ਼ਰਾਂ ਰਹਿਣਗੀਆਂ ਸਰਕਾਰ ਕੀ ਕਰਦੀ ਹੈ। ਉਦੋਂ ਬਾਅਦ ਇਹ ਅੰਦੋਲਨ ਅਜੇ ਲੰਮਾ ਚੱਲਣਾ ਹੈ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਮੁੜ ਕੇ ਲੋਕਾਂ ਦੇ ਨਾਲ ਇੱਕ ਡਾਇਰੈਕਟ ਸੰਵਾਦ ਦੇ ਰੂਪ ਦੇ ਵਿੱਚ ਲੀਡਰਸ਼ਿਪ ਪਿੰਡਾਂ 'ਚ ਟੋਲ ਪਲਾਜ਼ਿਆਂ ਤੇ ਅਲੱਗ-ਅਲੱਗ ਜਗ੍ਹਾ ਜਾਏਗੀ, ਉਹਨਾਂ ਲੋਕਾਂ ਨੂੰ ਮੋਬਿਲਾਈਜ਼ ਕਰੇਗੀ ਔਰ ਇਹ ਸੱਦਾ ਵੀ ਦਿੱਤਾ ਜਾ ਰਿਹਾ ਹੈ ਕਿ ਮੁੜ ਕੇ ਦਿੱਲੀ ਵੱਲ ਨੂੰ ਵਹੀਰਾਂ ਘੱਤੀਆਂ ਜਾਣ, ਵੱਡੇ ਪੱਧਰ ਤੇ ਇਕੱਠ ਉਸੇ ਰੂਪ ਦੇ ਵਿੱਚ ਬੈਠਾ ਰਹੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਪਾਰਲੀਮੈਂਟ ਦੇ ਵਿੱਚ ਇਹ ਦੁਨੀਆ ਨੂੰ ਦਿਖਾਇਆ ਜਾਏ ਕਿ ਪਾਰਲੀਮੈਂਟ ਇੱਕ ਅੰਦਰ ਹੋ ਰਹੀ ਹੈ। ਕੀ ਅੰਦਰਲੀ ਪਾਰਲੀਮੈਂਟ, ਜਿਹੜੇ ਬਾਹਰ ਲੋਕਾਂ ਦੀ ਪਾਰਲੀਮੈਂਟ ਦੇ ਰੂਪ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਲੋਕ ਬੈਠੇ ਹੋਏ ਨੇ, ਉਹ ਲੋਕ ਉਸ ਰੂਪ ਦੇ ਵਿੱਚ ਗੱਲ ਕਰ ਸਕਣਗੇ ਨਹੀਂ। ਔਰ ਮੈਨੂੰ ਇਹ ਵੀ ਲੱਗਦਾ ਕਈ ਗੱਲ ਕਰਨੀ ਚਾਹੀਦੀ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਦੂਜੇ ਲੋਕਾਂ ਨੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਤੋਂ ਮਤੇ ਪਵਾਏ ਨੇ, ਉਹ ਵੀ ਪਿੰਡਾਂ ਦੀਆਂ ਪਾਰਲੀਮੈਂਟਾਂ ਨੇ, ਉਹ ਵੱਡੇ ਪੱਧਰ ਤੇ ਉਹਨਾਂ ਮਤਿਆਂ ਨੂੰ ਦਿੱਲੀ ਬੁਲਾ ਕੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦੀ ਲੋੜ ਹੈ ਕਿ ਆਹ ਪਿੰਡ ਦੀ ਪਾਰਲੀਮੈਂਟ ਦਾ ਫਤਵਾ ਹੈ ਤੇ ਕੀ ਉਹ ਫਤਵੇ ਨੂੰ ਦੇਸ਼ ਦੀ ਪਾਰਲੀਮੈਂਟ ਮੰਨਣ ਲਈ ਤਿਆਰ ਹੈ ਕਿ ਨਹੀਂ ਤਿਆਰ ਹੈ। ਔਰ ਜੇ ਲੋਕਾਂ ਦੀ ਗੱਲ ਮੰਨਣ ਦੀ ਤਿਆਰ ਹੈ, ਜਿੱਥੇ ਜਮਹੂਰੀਅਤ ਦੀ ਗੱਲ ਹੈ, ਜਮਹੂਰੀਅਤ ਹਮੇਸ਼ਾ ਲੋਕਾਂ ਦੇ ਵਿੱਚ ਵਸਦੀ ਹੈ ਤੇ ਉੱਥੋਂ ਪੈਦਾ ਹੁੰਦੀ ਹੈ। ਬਾਕੀ ਸਾਰੇ ਦੇ ਸਾਰੇ ਜਿਹੜੇ ਸਾਧਨ ਬਣਾਏ ਹੁੰਦੇ ਨੇ ਉਹ ਲੋਕਾਂ ਦੀ ਸੇਵਾ ਲਈ ਬਣਾਏ ਹੁੰਦੇ ਨੇ ਤੇ ਲੋਕਾਂ ਦੀ ਆਵਾਜ਼ ਬੁਲੰਦ ਇਸ ਰੂਪ ਦੇ ਵਿੱਚ ਅਗਲੀ ਰਣਨੀਤੀ ਦੇ ਵਿੱਚ ਹੋਏਗੀ ਤਾਂ ਲੋਕ ਸਾਰੇ ਉਲਝੇਵਿਆਂ 'ਚੋਂ, ਸਾਰੀਆਂ ਉਲਝਣਾਂ 'ਚੋਂ, ਪੈਦਾ ਹੋਈਆਂ ਗਲਤ ਫਹਿਮੀਆਂ ਦੇ ਵਿੱਚੋਂ ਉੱਭਰ ਕੇ ਦੁਬਾਰਾ ਜਦੋਂ ਉਸ ਪਾਸੇ ਜਾਣਗੇ, ਜਿਹੜਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਾ ਗਰੁੱਪ ਹੈ, ਉਹਨਾਂ ਨੇ 1 ਤੋਂ 3 ਫਰਵਰੀ ਤੱਕ ਪਿੰਡ-ਪਿੰਡ ਅਡਾਨੀ, ਅੰਬਾਨੀ, ਮੋਦੀ ਦਾ ਤੇ ਸਾਰਿਆਂ ਦੇ ਪੁਤਲੇ ਸਾੜਨ ਦੀ ਇੱਕ ਪ੍ਰੋਗਰਾਮ ਬਣਾਇਆ ਤੇ ਸਾਰੀਆਂ ਜਥੇਬੰਦੀਆਂ ਜੋ ਫੈਸਲਾ ਕਰਨਗੀਆਂ, ਮੈਨੂੰ ਲੱਗਦਾ ਉਹਨਾਂ ਨੂੰ ਵੀ ਦੂਜੀਆਂ ਜਥੇਬੰਦੀਆਂ ਨਾਲ ਰਾਬਤਾ ਕਰਨਾ ਚਾਹੀਦਾ। ਜਿੰਨੀਆਂ ਵੀ ਗਲਤੀਆਂ ਨੇ ਉਹਨੂੰ ਸਵੀਕਾਰ ਕਰਕੇ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਸੰਘਰਸ਼ ਦਾ ਏਕਾ ਬਰਕਰਾਰ ਰੱਖਣਾ ਤੇ ਥੋੜ੍ਹੇ ਬਹੁਤ ਆਈ ਨਿਰਾਸ਼ਤਾ ਦੇ ਵਿੱਚੋਂ ਮੁੜ ਕੇ ਉਹ ਉਤਸ਼ਾਹ ਤੇ ਉਹ ਗੱਲਾਂ ਭਰਨੀਆਂ, ਇਹ ਸਭ ਤੋਂ ਵੱਡੀ ਸਟ੍ਰੈਟਜੀ ਤੇ ਵਿਉਂਤਬੰਦੀ ਦਾ ਸਵਾਲ ਹੈ ਜਿਹੜੀ ਕਿ ਲੀਡਰਸ਼ਿਪ ਲੱਗਦਾ ਕਿ ਬਾਖੂਬੀ ਨਿਭਾਏਗੀ ਔਰ ਕਰੇਗੀ ਉਸ ਪਾਸੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਦੋਸਤੋ, ਕੱਲ੍ਹ ਨੂੰ ਫੇਰ ਇਸੇ ਸਮੇਂ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।